ਅੱਜ ਅਸੀਂ ਪੰਜਾਬੀ ਦੀ ਸਿਰਮੌਰ ਲੇਖਕ ਸੰਤੋਖ ਸਿੰਘ ਧੀਰ ਦੀ ਲਿਖੀ ਕਹਾਣੀ ਇੱਕ ਸਧਾਰਨ ਆਦਮੀ ਪੜ੍ਹਨ ਜਾ ਰਹੇ ਹਾਂ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਆਪਣੀ ਮੁੱਖ ਪਾਤਰ ਤੇ ਕਹਾਣੀ ਦੀ ਪਿੱਠਭੂਮੀ ਜ਼ਰੀਏ ਕਈ ਪੱਖ ਉਜਾਗਰ ਕੀਤੇ ਹਨ। ਇੱਕ ਸਧਾਰਨ ਆਦਮੀ ਬੇਹੱਦ ਸ਼ਰਾਫਤ ਨਾਲ ਜ਼ਿੰਦਗੀ ਜਿਉਂਦਾ ਹੈ। ਪਰਿਵਾਰ ਨੂੰ ਪਾਲਣਾ ਅਤੇ ਉਹਨਾਂ ਨੂੰ ਖੁਸ਼ ਰੱਖਣਾ ਹੀ ਉਸਦੀ ਜ਼ਿੰਦਗੀ ਦਾ ਮੁੱਢਲਾ ਕੰਮ ਹੁੰਦਾ ਹੈ। ਉਹ ਬਿਨਾਂ ਮਤਲਬ ਕਿਸੇ ਨੂੰ ਕੁਝ ਨਹੀਂ ਕਹਿੰਦਾ। ਦੂਸਰੀ ਗੱਲ ਜੋ ਕਹਾਣੀਕਾਰ ਨੇ ਸਮਝਾਈ ਹੈ ਕਿ ਗੁੱਸਾ ਮਨੁੱਖ ਦੀ ਪ੍ਰਵਿਰਤੀ ਦਾ ਇੱਕ ਹਿੱਸਾ ਹੈ। ਗੁੱਸੇ ਵਿੱਚ ਆਇਆ ਮਨੁੱਖ ਚੰਡਾਲ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਗੁੱਸੇ ਉੱਪਰ ਕਾਬੂ ਨਾ ਪਾਉਣ ਕਰਕੇ ਉਹ ਕਈ ਵਾਰੀ ਅਜਿਹੇ ਕੰਮ ਕਰ ਜਾਂਦਾ ਹੈ ਜਿਸ ਲਈ ਉਸਨੂੰ ਉਮਰ ਭਰ ਪਛਤਾਉਣਾ ਪੈਂਦਾ ਹੈ। ਗੁੱਸੇ ਉੱਪਰ ਕਾਬੂ ਪਾਉਣ ਲਈ ਮਨੁੱਖ ਨੂੰ ਹਮੇਸ਼ਾ ਸ਼ਾਂਤ ਅਤੇ ਤਸੱਲੀ ਨਾਲ ਆਪਣੇ ਦਿਮਾਗ ਨੂੰ ਟਿਕਾਣੇ ਰੱਖਣਾ ਚਾਹੀਦਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਦੀਆਂ ਭੜਕਾਊ ਗੱਲਾਂ ਵੱਲ ਧਿਆਨ ਹੀ ਨਾ ਦਿੱਤਾ ਜਾਵੇ। ਕਈ ਵਾਰ ਥੋੜ੍ਹਾ ਸਮਾਂ ਚੁੱਪ ਰਹਿਣ ਜਾਂ ਜਿਸ ਜਗ੍ਹਾ ਹੋਈ ਕਿਸੇ ਵਾਰਤਾਲਾਪ ਕਾਰਨ ਤੁਹਾਨੂੰ ਗੁੱਸਾ ਆਇਆ ਹੋਵੇ ਉਸ ਜਗ੍ਹਾ ਨੂੰ ਤੁਰੰਤ ਛੱਡ ਦੇਣ ਨਾਲ ਹੀ ਗੁੱਸਾ ਸ਼ਾਂਤ ਹੋ ਜਾਂਦਾ ਹੈ। ਸੋ ਪੜ੍ਹਦੇ ਹਾਂ ਸੰਤੋਖ ਸਿੰਘ ਧੀਰ ਦੀ ਲਿਖੀ ਕਹਾਣੀ ਇੱਕ ਸਧਾਰਨ ਆਦਮੀ। 50 ਵਰ੍ਹੇ ਦੀ ਉਮਰ ਵਿੱਚ ਜਿਉਣੇ ਨੇ ਕੁੱਤੇ ਦੀ ਵੀ ਸੋਟੀ ਨਹੀਂ ਸੀ ਮਾਰੀ ਕਦੇ, ਪਰ ਅੱਜ ਅਚਾਨਕ ਉਸਦੇ ਹੱਥੋਂ ਆਦਮੀ ਕਤਲ ਹੋ ਗਿਆ। ਹੁਣ ਉਹ ਡੋਰ ਭੋਰ ਸੀ, ਘਾਬਰਿਆ ਤੇ ਡੈਂਬਰਿਆ। ਡੋਰ ਭੋਰ ਹੋਣਾ ਹੁੰਦਾ ਘਬਰਾਇਆ ਹੋਇਆ ਹੋਣਾ। ਵਿਸਾਖ ਦਾ ਮਹੀਨਾ ਸੀ। ਕਣਕਾਂ ਵੱਢੀਆਂ ਗਈਆਂ ਸਨ। ਕਮਾਦਾਂ ਨੂੰ ਤੇ ਗੰਢਿਆਂ ਨੂੰ ਪਾਣੀ ਦੇਣ ਦੇ ਦਿਨ ਸਨ। ਕਮਾਦਾ ਹੁੰਦਾ ਗੰਨੇ ਦੇ ਖੇਤ। ਤੜਕੇ 2 ਜਾਂ 3 ਵਜੇ ਜਿਉਣੇ ਨੇ ਬਲਦ ਖੋਲ੍ਹੇ ਤੇ ਹਿੰਸਾ ਵਾਲੇ ਖੂਹ ਉੱਤੇ ਕਮਾਦ ਸਿੰਜਣ ਆ ਗਿਆ। ਸਿੰਜਣ ਦਾ ਮਤਲਬ ਹੁੰਦਾ ਪਾਣੀ ਦੇਣਾ। ਅੱਜ ਉਹਨਾਂ ਦੀ ਵਾਰੀ ਸੀ। ਨਾਲ ਉਸਦਾ ਛੋਟਾ ਭਾਈ ਬਚਨ ਸਿੰਘ ਵੀ ਆਇਆ ਸੀ ਨੱਕੇ ਛੱਡਣ ਵਾਸਤੇ। ਨੱਕੇ ਛੱਡਣਾ ਹੁੰਦਾ ਪਾਣੀ ਮੋੜਨਾ। ਖੂਹ ਨਿਆਈ ਵਿੱਚ ਸੀ, ਪਿੰਡ ਦੀ ਫਿਰਨੀ ਨਾਲ ਹੀ। ਖੂਹ ਤੋਂ ਥੋੜ੍ਹੀ ਦੂਰ ਹੀ ਕੋਈ 100 ਕੁ ਗਜ਼ ਦੇ ਫਰਕ ਨਾਲ ਅਕਾਲੀਆਂ ਦਾ ਘਰ ਸੀ ਤੇ ਸੱਦਾ ਸਿੰਘ ਅਕਾਲੀ ਜੋ ਖੂਹ ਦਾ ਹਿੱਸੇਦਾਰ ਸੀ ਤੇ ਮੰਨਿਆ ਹੋਇਆ ਅੜਬ ਵੀ। ਅੜਬ ਦਾ ਮਤਲਬ ਹੁੰਦਾ ਜਿੱਦੀ ਹੋਣਾ। ਆਪਣੇ ਘਰ ਦੇ ਵਿਹੜੇ ਵਿੱਚ ਡੰਗਰਾਂ ਲਾਗੇ ਪਿਆ ਸੀ। ਉਸਦਾ ਕਹਿਣਾ ਇਹ ਸੀ ਕਿ ਅੱਜ ਉਹਨਾਂ ਦੀ ਵਾਰੀ ਹੈ। ਜਿਉਣੇ ਹੋਰੀ ਖੂਹ ਨਾ ਜੋੜਨ। ਜੋੜਨ ਦਾ ਮਤਲਬ ਹੁੰਦਾ ਚਲਾਉਣ। ਜੇ ਉਹ ਫਿਰ ਵੀ ਜੋੜਨਗੇ ਤਾਂ ਉਹ ਆ ਕੇ ਰੋਕੇਗਾ। ਜਿਉਣਾ ਖੂਹ ਜੋੜਨ ਲੱਗਾ। ਬਚਨ ਸਿੰਘ ਕਹੀ ਨਾਲ ਖਾਲ ਸਵਾਰਨ ਲੱਗ ਪਿਆ। ਥੋੜ੍ਹਾ ਥੋੜ੍ਹਾ ਦੋਹਾਂ ਨੂੰ ਹੀ ਸੱਦਾ ਸਿੰਘ ਦਾ ਸ਼ੱਕ ਸੀ ਕਿ ਉਹ ਰੋਕਣ ਆਵੇਗਾ, ਪਰ ਉਹ ਦੋਵੇਂ ਚੁੱਪ ਸਨ। ਟਿੱਕੀ ਸੁੰਨੀ ਰਾਤ ਸੀ। ਸੱਦਾ ਸਿੰਘ ਦਾ ਕੰਨ ਵੀ ਸਮਝੋ ਖੂਹ ਵੱਲ ਲੱਗਾ ਹੋਇਆ ਸੀ। ਹਿੰਸਾ ਵਾਲੇ ਖੂਹ ਉੱਤੇ ਜਦ ਖੂਹ ਜੁੜਨ ਦੀ ਵਿੜਕ ਹੋਈ ਤਾਂ ਸੱਦਾ ਸਿੰਘ ਜਾਗ ਪਿਆ ਤੇ ਮੰਜੇ ਉੱਤੋਂ ਉੱਠ ਕੇ ਉਹ ਖੂਹ ਵੱਲ ਨੂੰ ਤੁਰ ਪਿਆ। ਉਸਦਾ ਪਿੰਡਾ ਨੰਗਾ ਸੀ। ਸਿਰ ਤੇ ਪੈਰ ਵੀ ਨੰਗੇ ਸਨ। ਸਿਰਫ ਚਿੱਟੀ ਕਾਛੀ ਉਸਨੇ ਤੇੜ ਪਹਿਨੀ ਹੋਈ ਸੀ। ਚਾਨਣੀ ਰਾਤ ਸੀ। ਪੂਰਨਮਾਸ਼ੀ ਲੰਘਿਆ ਅਜੇ 3 ਕੇ 4 ਦਿਨ ਹੋਏ ਸਨ। ਜਿਉਣੇ ਹੋਰਾਂ ਨੇ ਦੇਖਿਆ ਕਿ ਸੱਦਾ ਸਿੰਘ ਆ ਰਿਹਾ ਹੈ। ਸ਼ੱਕ ਤਾਂ ਸੀ ਹੀ ਉਹਨਾਂ ਨੂੰ। ਉਹ ਸਾਵਧਾਨ ਜਿਹੇ ਹੋ ਗਏ ਤੇ ਨਾਲੇ ਕੁਝ ਕੰਬਣ ਲੱਗੇ। ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅੱਜ ਉਹ ਛੇੜ ਛੇੜੇਗਾ। ਛੇੜ ਛੇੜੇਗਾ ਦਾ ਮਤਲਬ ਹੁੰਦਾ ਸ਼ਰਾਰਤ ਕਰੇਗਾ। ਜਿਉਣੇ ਹੋਰੀ ਨਰਮ ਸਨ, ਸੱਦਾ ਸਿੰਘ ਅੱਖੜ। ਸਰੀਰ ਦਾ ਵੀ ਸੱਦਾ ਸਿੰਘ ਨਰੋਆ ਅਤੇ ਤਕੜਾ ਸੀ। ਨਰੋਆ ਦਾ ਮਤਲਬ ਹੁੰਦਾ ਤਾਕਤਵਰ ਹੋਣਾ। ਲੰਬਾ ਕੱਦ, ਖੁੱਲ੍ਹਾ ਵਿੱਦ, ਪਹਿਲਵਾਨਾਂ ਵਰਗਾ ਜੁੱਸਾ। ਕਦੇ ਕਿਸੇ ਜ਼ਮਾਨੇ ਵਿੱਚ ਉਹ ਪਹਿਲਵਾਨ ਵੀ ਰਿਹਾ ਸੀ। ਭਾਵੇਂ ਹੁਣ ਉਹ ਬੁੱਢਾ ਸੀ, 60-62 ਵਰ੍ਹਿਆਂ ਦਾ, ਪਰ ਛਾਤੀ ਹੁਣ ਵੀ ਚੌੜੀ ਤੇ ਡੋਲੇ ਮੱਛੀਆਂ ਵਾਲੇ ਸਨ। ਪੱਟਾਂ ਉੱਤੇ ਛੱਲੀਆਂ ਤੇ ਪਿੰਜਣੀਆਂ ਮਜ਼ਬੂਤ ਸਨ। ਚਿਹਰਾ ਭਖਦਾ ਲਾਲ ਸੀ।
ਵੱਡੇ ਵੱਡੇ ਹੱਥ ਤੇ ਪੈਰ। ਦੇਖਣ ਵਿੱਚ ਸੱਦਾ ਸਿੰਘ ਸ਼ਰੀਫ ਨਜ਼ਰ ਆਉਂਦਾ ਸੀ। ਕੋਟ ਜਾਂ ਲੜਾਕਾ ਨਹੀਂ, ਰੇਬ ਕੱਛ ਪਾਉਂਦਾ ਤੇ ਸਿਰ ਉੱਤੇ ਛੋਟੀ ਜਿਹੀ ਪੀਲੀ ਪੱਗ ਬੰਨ੍ਹਦਾ ਹੁੰਦਾ, ਜਿਵੇਂ ਗ੍ਰੰਥੀ ਹੁੰਦਾ ਹੈ। ਗੁਟਕਾ ਵੀ ਉਹ ਪੜ੍ਹਦਾ ਰਹਿੰਦਾ, ਇਸ ਕਰਕੇ ਲੋਕ ਉਸਨੂੰ ਭਾਈ ਜੀ ਵੀ ਕਹਿੰਦੇ ਸਨ। ਪਰ ਜਾਣਨ ਵਾਲੇ ਕਹਿੰਦੇ ਸਨ ਕਿ ਉਸ ਵਿੱਚ ਬਹੁਤ ਗੁੱਸਾ ਸੀ ਤੇ ਨਿਰੀ ਅੱਗ ਦੀ ਨਾਲ ਸੀ। ਹਾਮੀ ਵੀ ਸੀ ਉਹਦੇ ਵਿੱਚ। ਉਸਨੂੰ ਆਪਣੀ ਤਾਕਤ ਦਾ ਤੇ ਦੇਹ ਦਾ ਬਹੁਤ ਮਾਣ ਸੀ। ਜਿੱਥੇ ਵੀ ਅੜ ਜਾਂਦਾ ਸੀ ਆਪਣੀ ਹਿੰਡ ਪੁਗਾਉਂਦਾ ਸੀ, ਭਾਵੇਂ ਆਪਣੀ ਗਲਤੀ ਹੁੰਦੀ। ਹੁਣ ਤਾਂ ਫੇਰ ਵੀ ਘੱਟ ਸੀ, ਜਵਾਨੀ ਪੈਰੇ ਬਹੁਤ ਸੀ। ਜਦੋਂ ਚਾਹੇ ਜਿਸ ਦਾ ਮਰਜ਼ੀ ਖੂਹ ਛੁਡਵਾ ਦਿੰਦਾ ਸੀ, ਜੁੜੇ ਬਲਦ ਖੁਲਵਾ ਦਿੰਦਾ। ਕਿਸੇ ਦੀ ਤਾਕਤ ਨਹੀਂ ਸੀ ਕਿ ਉਸ ਦੇ ਸਾਹਮਣੇ ਹੁੱਤ ਕਰ ਜਾਵੇ। ਸਾਰੇ ਉਸ ਤੋਂ ਡਰਦੇ ਸਨ। ਕਿੰਨੀ ਵਾਰੀ ਜਿਉਣੇ ਦਾ ਹੀ ਉਸਨੇ ਖੂਹ ਛੁਡਵਾਇਆ ਸੀ ਤੇ ਜੁੜੇ ਬਲਦ ਖੁਲਾਏ ਸਨ। ਜਿਉਣਾ ਡਰ ਕੇ ਚੁੱਪ ਕਰ ਜਾਂਦਾ, ਕੋਈ ਵੀ ਬੋਲਦਾ ਨਹੀਂ ਸੀ। ਸੱਦਾ ਸਿੰਘ ਦਾ ਇੱਕ ਤਰ੍ਹਾਂ ਨਾਲ ਛੱਪਾ ਬੈਠਾ ਹੋਇਆ ਸੀ। ਛੱਪਾ ਦਾ ਮਤਲਬ ਹੁੰਦਾ ਹੈ ਦਹਿਸ਼ਤ। ਸੱਦਾ ਸਿੰਘ ਨੂੰ ਆਉਂਦਾ ਦੇਖ ਬਚਨ ਸਿੰਘ ਵੀ ਖਾਲ ਛੱਡ ਕੇ ਖੂਹ ਉੱਤੇ ਆ ਗਿਆ ਸੀ। ਕਹੀ ਉਸੇ ਕੋਲ ਸੀ। ਦੋਵੇਂ ਵੀ ਉਹ ਸੱਦਾ ਸਿੰਘ ਦੇ ਸਾਹਮਣੇ ਸਮਝੋ ਹੀਣ ਸਨ। ਸੱਦਾ ਸਿੰਘ ਤੁਰਦਾ ਤੁਰਦਾ ਖੂਹ ਦੇ ਨੇੜੇ ਆ ਗਿਆ ਤੇ ਆਉਂਦਾ ਹੀ ਉਹ ਆਖਣ ਲੱਗਾ, ਖੂਹ ਨਾ ਚਲਾਇਓ ਬਈ। ਉਸਦਾ ਬੋਲ ਡਾਂਟਵਾਂ ਤੇ ਤੜੀ ਨਾਲ ਭਰਿਆ ਸੀ। ਕਿਉਂ ਨਾ ਚਲਾਈਏ ਖੂਹ? ਜਿਉਣੇ ਹੋਰੀ ਆਖਣ ਲੱਗੇ। ਡਰ ਅਤੇ ਘਬਰਾਹਟ ਨਾਲ ਉਹ ਧੱਕ ਧੱਕ ਕਰ ਰਹੇ ਸਨ। ਬਸ ਮੈਂ ਤੁਹਾਨੂੰ ਕਹਿਤਾ, ਖੂਹ ਨਾ ਚਲਾਇਓ ਅੱਜ ਸਾਡੀ ਵਾਰੀ ਹੈ। ਤੁਹਾਡੀ ਵਾਰੀ ਕਿੱਥੇ ਹੈ? ਅੱਜ ਸਾਡੀ ਵਾਰੀ ਹੈ। ਬਸ ਮੈਂ ਤੁਹਾਨੂੰ ਕਹਿਤਾ, ਖੂਹ ਨਾ ਚਲਾਇਓ। ਆ ਗਿਆ ਇਸ ਨਾਡੂ ਖਾਂ, ਜਿਉਣੀ ਹੋਰੀ ਬੁੜਬੁੜਾਈ। ਬਲਦ ਜੁੜੇ ਖੜੇ ਸਨ। ਤਦੇ ਬਲਦ ਹਕਲੀ ਜਿਉਣੇ ਨੇ ਟਿਚਕਾਰੀ ਮਾਰੀ। ਸੱਦਾ ਸਿੰਘ ਉਸੇ ਸਮੇਂ ਬਲਦਾਂ ਅੱਗੇ ਆ ਗਿਆ ਤੇ ਛਾਤੀ ਤਾਣ ਖਲੋ ਗਿਆ। ਚਲਾਓ, ਕਿਵੇਂ ਚਲਾਉਂਦੇ ਹੋ? ਉਸਨੇ ਰਾਹ ਰੋਕ ਲਿਆ। ਸੱਦਾ ਸਿੰਘ ਆਰਾਮ ਨਾਲ ਢਾਕਾਂ ਉੱਤੇ ਹੱਥ ਰੱਖੀ ਬਲਦਾਂ ਅੱਗੇ ਖੜਾ ਸੀ। ਉਸਦਾ ਪੇਟ ਵਧਿਆ ਤੇ ਗੋਡੇ ਤਣੇ ਹੋਏ ਸਨ, ਜੋ ਰੇਬ ਕੱਛ ਦੀਆਂ ਮੋਹਰੀਆਂ ਥੱਲੇ ਉਸਨੂੰ ਚੁੱਕੀ ਖੜੇ ਸਨ। ਸਿਰ ਥੋੜ੍ਹਾ ਗੰਜਾ ਸੀ, ਜੋ ਚੰਨ ਚਾਨਣੀ ਰਾਤ ਵਿੱਚ ਚਮਕਾ ਮਾਰ ਰਿਹਾ ਸੀ। ਪੈਰਾਂ ਥੱਲੇ ਛਾਂ ਸੀ, ਪਰ ਇਹ ਛਾਂ ਸੱਦਾ ਸਿੰਘ ਨੂੰ ਨਜ਼ਰ ਨਹੀਂ ਆ ਰਹੀ ਸੀ, ਕਿਉਂਕਿ ਛਾਤੀ ਤਣੀ ਤੇ ਧੌਣ ਉਭਰੀ ਹੋਈ ਸੀ। ਕਾਲੀ ਚਿੱਟੀ ਰਾਤ ਵਿੱਚ ਉਹ ਇਉਂ ਨਜ਼ਰ ਆ ਰਿਹਾ ਸੀ ਜਿਵੇਂ ਦੈਂਤ ਖਲੋਤਾ ਹੋਵੇ। ਜਿਉਣੇ ਹੋਰੀ ਆਖਣ ਲੱਗੇ, ਭਾਈ ਜੀ ਤੂੰ ਚਲਿਆ ਜਾ, ਖੂਹ ਨਾ ਸਾਡਾ ਡੱਕ ਤੂੰ। ਅਸੀਂ ਲੜਾਈ ਨਹੀਂ ਕਰਨਾ ਚਾਹੁੰਦੇ। ਡਰ ਅਤੇ ਕਮਜ਼ੋਰੀ ਨਾਲ ਉਹ ਉੱਚੀ ਬੋਲ ਰਹੇ ਸਨ। ਬੋਲਦ ਖੋਲੋ ਬੋਲਦ ਆਪਣੇ, ਮੈਂ ਨਹੀਂ ਜਾਣਦਾ ਬਹੁਤੀਆਂ ਗੱਲਾਂ। ਕਿਹੜਾ ਖਿਲਾਊ ਬੋਲ ਸਾਡੇ? ਮੈਂ ਖਿਲਾਊਂ ਮੈਂ, ਜਿਹਨੇ ਅੱਗੇ ਖਿਲਾਏ ਨੇ। ਸੱਦਾ ਸਿੰਘ ਸੋਟੀ ਤੱਕ ਵੀ ਲੈ ਕੇ ਨਹੀਂ ਆਇਆ ਸੀ, ਨਾ ਹੀ ਉਸਨੂੰ ਲੋੜ ਸੀ। ਜਿਉਣੇ ਹੋਰੀ ਦੋਹਾਂ ਨੂੰ ਉਹ ਸਮਝਦਾ ਹੀ ਕੀ ਸੀ, ਖਾਧੀ ਪੀਤੀ ਰੋਟੀ। ਜੇ ਉਹ ਚਾਹੁੰਦਾ ਦੋਹਾਂ ਨੂੰ ਹੀ ਸਿਰ ਪਿੜਾ ਕੇ ਮਾਰ ਦਿੰਦਾ। ਅੱਗੇ ਉਹਨੇ ਕਈ ਵਾਰੀ ਉਹ ਦਬਕਾਏ ਹੋਏ ਸਨ। ਉਹਨਾਂ ਦੀ ਤਾਕਤ ਹੀ ਕੀ ਸੀ ਕਿ ਉਸਦੇ ਸਾਹਮਣੇ ਅੜ ਖੜੋਣ। ਉਸਨੂੰ ਆਪਣੀ ਤਾਕਤ ਉੱਤੇ ਪੂਰਾ ਭਰੋਸਾ ਸੀ। ਜਿਉਣੇ ਹੋਰੀ ਸੱਦਾ ਸਿੰਘ ਦੇ ਦੁਖੀ ਕੀਤੇ ਹੋਏ ਸਨ। ਰੋਜ਼ ਤੰਗ ਕਰਦਾ ਤੇ ਤੁਰਦਾ ਕੰਮ ਖਿਲਾਰ ਦਿੰਦਾ। ਰੱਬ ਹੀ ਬਣਿਆ ਹੋਇਆ ਸੀ। ਸੱਦਾ ਸਿੰਘ ਨੇ ਹੈਂਕੜ ਨਾਲ ਮੂੰਹ ਹੀ ਖੋਲ੍ਹਿਆ ਕਿ ਲੱਖ ਸੌਆਂ ਦਾ ਸੌ ਜਿਉਣਾ ਅੱਗ ਬਬੂਲਾ ਹੋ ਗਿਆ। ਡਰ ਦੀ ਅੰਨੀ ਸ਼ਕਤੀ ਨਾਲ ਕਾਲਾ ਕਹਿਰ ਬਣ ਗਿਆ। ਉਸਨੇ ਕਹੀ ਚੁੱਕੀ ਤੇ ਬਿਜਲੀ ਵਰਗੀ ਤਾਕਤ ਨਾਲ ਸੱਦਾ ਸਿੰਘ ਦੇ ਸਿਰ ਵਿੱਚ ਮਾਰੀ। ਖੂਹ ਛੁਡਾਓ ਸਾਡਾ ਏ, ਬੋਲਦ ਖੋਲੋ ਬੋਲਦ। ਉਹ ਦੰਦ ਕਰੀਚ ਰਿਹਾ ਸੀ ਤੇ ਲੱਖਾਂ ਕਰੋੜਾਂ ਸੱਪਾਂ ਜਿੰਨੀ ਜ਼ਹਿਰ ਨਾਲ ਭਰ ਗਿਆ ਸੀ।
ਹੁਣ ਉਹ ਇੱਕ ਚੰਡਾਲ ਸੀ। ਉਸਦੀਆਂ ਅੱਖਾਂ ਲਟਾ-ਲਟ ਕੇ ਕਾਲੀ ਅੱਗ ਬਣ ਗਈਆਂ ਸਨ। ਕਹੀ ਵੱਜਣ ਸਾਰੀ ਸੱਦਾ ਸਿੰਘ ਘਮੇਟਣੀ ਖਾ ਕੇ ਧਰਤੀ ਉੱਤੇ ਡਿੱਗ ਪਿਆ। ਪਾਣੀ ਵੀ ਉਸ ਮੰਗਿਆ ਨਹੀਂ। ਉਸਦਾ ਸਿਰ ਖਰਬੂਜੇ ਵਾਂਗੂ ਫਾਂਕ-ਫਾਂਕ ਹੋ ਗਿਆ ਸੀ। ਕਹੀ ਏਕਣ ਵੱਜੀ ਸੀ ਜਿਵੇਂ ਕਿ ਉਹ ਸਿਰ ਵਿੱਚ ਨਹੀਂ, ਮਿੱਟੀ ਦੇ ਭਾਂਡੇ ਵਿੱਚ ਵੱਜੀ ਹੋਵੇ। ਚਿੱਕੜ ਵਾਂਗੂ ਉਸਦਾ ਚਿਹਰਾ ਲੱਥ-ਪੱਥ ਹੋ ਗਿਆ ਸੀ। ਲਹੂ ਦੀਆਂ ਤਤੇਰੀਆਂ ਉਸਦੀ ਚਿੱਟੀ ਕੱਛ ਤੱਕ ਪਹੁੰਚ ਗਈਆਂ। ਇੱਕ ਪਲ ਲਈ ਜਿਉਣੇ ਨੂੰ ਅੰਤਾਂ ਦੀ ਤਸੱਲੀ ਹੋਈ। ਉਸਦਾ ਮਨ ਖੁਸ਼ ਸੀ, ਪਰ ਅਗਲੇ ਪਲ ਹੀ ਇਹ ਤਸੱਲੀ ਛਾਈ-ਮਾਈ ਹੋਣ ਲੱਗੀ। ਉਸਨੂੰ ਆਸ ਹੀ ਨਹੀਂ ਸੀ ਕਿ ਉਸ ਤੋਂ ਇਹ ਹੋ ਜਾਵੇਗਾ। ਉਸਨੇ ਕਹੀ ਸੱਦਾ ਸਿੰਘ ਨੂੰ ਮਾਰਨ ਲਈ ਨਹੀਂ ਮਾਰੀ ਸੀ, ਸਹਿਜ ਸੁਭਾਈ ਮਾਰੀ ਸੀ, ਢੋਲ ਵਾਂਗ ਜਾਂ ਤਫੇ ਵਾਂਗ। ਪਰ ਉਹ ਏਕਣ ਵੱਜੀ ਕਿ ਸੱਦਾ ਸਿੰਘ ਮਰ ਗਿਆ ਤੇ ਧਰਤੀ ਉੱਤੇ ਡਿੱਗ ਪਿਆ। ਹੁਣ ਉਹ ਮਰਿਆ ਪਿਆ ਸੀ, ਉਸਦੇ ਹੱਥੋਂ ਕਤਲ ਹੋਇਆ। ਜਿਉਣਾ ਇੱਕ ਸਿੱਧਾ ਸਾਦਾ ਤੇ ਸਧਾਰਨ ਜੱਟ ਸੀ। ਹੇਰ-ਫੇਰ ਜਾਂ ਲਗ-ਲਗਾਉ ਉਸਨੂੰ ਨਹੀਂ ਆਉਂਦੇ ਸਨ। ਮੀਂਹ ਦੀ ਸੁੱਚੀ ਕਣੀ ਵਾਂਗ ਜਿਹੜੀ ਅਜੇ ਅੰਬਰ ਦੇ ਵਿਚਕਾਰ ਹੀ ਖੜੀ ਹੁੰਦੀ ਹੈ। ਉਸਦਾ ਦਿਲ ਪਵਿੱਤਰ ਸੀ। ਉਸਨੂੰ ਇਹੋ ਪਤਾ ਸੀ ਕਿ ਅੰਨ ਪੈਦਾ ਕਰਨ ਲਈ ਹਲ ਕਿਵੇਂ ਵਾਹਣਾ ਜਾਂ ਗੋਡੀ ਕਿਵੇਂ ਕਰਨੀ ਹੈ। ਫਸਲ ਉੱਗੀ ਦੇਖ ਕੇ ਉਹ ਖੁਸ਼ ਹੋਣ ਵਾਲਾ ਤੇ ਝੱਖੜ ਝਾਂਜਾ ਦੇਖ ਕੇ ਉਹ ਦੁਖੀ ਹੋਣ ਵਾਲਾ ਸੀ। ਜੇ ਕੋਈ ਦੁੱਖ ਜਾਂ ਸੁੱਖ ਹੁੰਦਾ ਤਾਂ ਵਾਹਿਗੁਰੂ ਨੂੰ ਯਾਦ ਕਰਦਾ। ਝਗੜੇ ਅਤੇ ਲੜਾਈ ਫਸਾਦ ਉਸਨੂੰ ਬੁਰੇ ਲੱਗਦੇ ਸਨ। ਜਿੱਥੋਂ ਤੱਕ ਹੁੰਦਾ ਉਹ ਇਹਨਾਂ ਗੱਲਾਂ ਤੋਂ ਦੂਰ ਰਹਿੰਦਾ, ਕਿਉਂਕਿ ਉਸਨੂੰ ਪਤਾ ਸੀ ਕਿ ਝਗੜਾ ਬੁਰਾ ਹੁੰਦਾ ਹੈ, ਲੜਾਈ ਦਾ ਮੂੰਹ ਕਾਲਾ ਹੈ। ਜਿੱਥੇ ਲੜਾਈ ਹੁੰਦੀ ਹੈ ਅਤੇ ਘੜੇ ਪਾਣੀ ਨਹੀਂ ਰਹਿੰਦਾ। ਜਿੱਥੇ ਜਿਉਣਾ ਲੜਾਈ ਤੋਂ ਜਾਂ ਹੋਰ ਗੱਲਾਂ ਤੋਂ ਡਰਦਾ ਸੀ, ਉੱਥੇ ਉਸਨੂੰ ਪੁਲਿਸ ਤੋਂ ਵੀ ਬਹੁਤ ਡਰ ਲੱਗਦਾ ਸੀ। ਉਸਨੇ ਸੁਣਿਆ ਹੋਇਆ ਸੀ ਕਿ ਪੁਲਿਸ ਬੁਰੀ ਹੁੰਦੀ ਹੈ। ਸੱਚੇ ਅਤੇ ਝੂਠੇ ਨੂੰ ਵੀ ਪੁਲਿਸ ਨਹੀਂ ਦੇਖਦੀ। ਪੁਲਿਸ ਲਈ ਸੱਚਾ ਤੇ ਝੂਠਾ ਇੱਕ ਬਰਾਬਰ ਹੈ। ਫਿਰ ਉਸਨੂੰ ਪਤਾ ਸੀ ਪੁਲਿਸ ਜਦੋਂ ਕੁੱਟਦੀ ਹੈ ਤਾਂ ਮੱਕੀ ਵਾਂਗੂ ਕੁੱਟਦੀ ਹੈ। ਮਾਰ-ਮਾਰ ਕੇ ਆਦਮੀ ਦੇ ਹੱਡ ਭੰਨੇ ਜਾਂਦੇ ਤੇ ਫੂਸ ਉਡਾਏ ਜਾਂਦੇ ਹਨ। ਮੰਜੇ ਹੇਠਾਂ ਹੱਥ ਦੇ ਕੇ ਉੱਤੇ ਬੰਦੇ ਬੈਠਦੇ ਤੇ ਉਸਨੂੰ ਦੁੱਖ ਦਿੰਦੇ ਹਨ। ਕਦੇ ਮੰਜਾ ਲਾਉਂਦੇ ਤੇ ਕਦੇ ਉਸਦੇ ਕੇਸ ਬਣ ਕੇ ਛੱਤ ਨਾਲ ਟੰਗ ਦਿੰਦੇ ਹਨ। ਪੈਰਾਂ ਦੀਆਂ ਤਲੀਆਂ 'ਚ ਬੈਂਤ ਮਾਰੇ ਜਾਂਦੇ ਤੇ ਨਹੁੰਆਂ ਵਿੱਚ ਸੂਈਆਂ ਜਾਂ ਪਿੰਨ ਚੋਬੇ ਜਾਂਦੇ ਹਨ। ਬੱਕਰਾ ਵੀ ਕਸਾਈ ਕੋਲ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਬੰਦਾ ਪੁਲਿਸ ਕੋਲ। ਖੂਹ ਤੋਂ ਥੋੜ੍ਹੀ ਦੂਰ ਹੀ ਇੱਕ ਕਣਕ ਦਾ ਖਲਵਾੜਾ ਸੀ। ਜਿਉਣਾ ਉੱਥੋਂ ਦੌੜਿਆ ਤੇ ਕਣਕ ਦੇ ਖਲਵਾੜੇ ਵਿੱਚ ਭਾਰਾਂ ਓਲੇ ਲੁਕ ਗਿਆ। ਇੱਥੇ ਉਹ ਮਹਿਫੂਜ਼ ਸੀ, ਕੋਈ ਨਹੀਂ ਸੀ ਦੇਖਦਾ। ਪਰ ਜਿਉਣਾ ਅਗਲੇ ਪਲ ਹੀ ਥਲ-ਪਥਲ ਹੋ ਗਿਆ। ਉਸਨੂੰ ਚੈਨ ਨਹੀਂ ਸੀ। ਉਸਨੂੰ ਆਪਣੀ ਚਾਰ ਚੁਫੇਰੇ ਪੁਲਿਸ ਹੀ ਪੁਲਿਸ ਦਿਸਣ ਲੱਗੀ। ਪੁਲਿਸ ਜਦੋਂ ਆਉਂਦੀ ਹੈ ਤਾਂ ਪੱਤਾ-ਪੱਤਾ ਛਾਣਦੀ ਤੇ ਖੂੰਝਾਂ-ਖੂੰਝਾਂ ਢੋਂਦੀ ਹੈ। ਬੰਦਾ ਭਾਵੇਂ ਕਿਤੇ ਹੋਵੇ, ਪੁਲਿਸ ਭਾਲ ਲੈਂਦੀ ਹੈ। ਜਿਉਣਾ ਉੱਥੋਂ ਉੱਠਿਆ ਤੇ ਫੇਰ ਬਾਹਰ ਆ ਗਿਆ। ਖਲਵਾੜੇ ਵਿੱਚ ਲੁਕਿਆ ਉਹ ਸਭ ਨੂੰ ਨਜ਼ਰ ਆਉਂਦਾ ਸੀ। ਉੱਥੋਂ ਥੋੜ੍ਹੀ ਦੂਰ ਹੀ ਸ਼ਹੀਦਾਂ ਵਾਲਾ ਖੂਹ ਸੀ। ਜਿਉਣਾ ਉੱਥੋਂ ਤੁਰਿਆ ਤੇ ਵੱਡਾਂ ਵਿੱਚੋਂ ਦੌੜਦਾ ਸ਼ਹੀਦਾਂ ਵਾਲੇ ਆ ਗਿਆ। ਸ਼ਹੀਦਾਂ ਵਾਲੇ ਖੂਹ ਉੱਤੇ ਇੱਕ ਝੁੱਗੀ ਬਣੀ ਹੋਈ ਸੀ। ਝੁੱਗੀ ਕਾਫੀ ਡੂੰਘੀ ਸੀ। ਆਮ ਕਰਕੇ ਝੁੱਗੀ ਵਿੱਚ ਪਾਣੀ ਜਮ੍ਹਾਂ ਰਹਿੰਦਾ ਸੀ, ਪਰ ਅੱਜ ਉਹ ਖਾਲੀ ਸੀ। ਥੋੜ੍ਹਾ ਬਹੁਤ ਚਿੱਕੜ ਜਾਂ ਇੱਟਾਂ ਵੱਟੇ ਹੋਣਗੇ। ਜਿਉਣਾ ਇੰਨਾ ਘਾਬਰਿਆ ਤੇ ਇੰਨਾ ਡਰਿਆ ਹੋਇਆ ਸੀ ਕਿ ਆਪਣਾ ਆਪ ਲੁਕਾਉਣ ਲਈ ਉਹ ਝੁੱਗੀ ਵਿੱਚ ਹੀ ਬਹਿ ਗਿਆ ਤੇ ਝੁੱਗੀ ਵਿੱਚ ਹੀ ਪੂਰੀ ਤਰ੍ਹਾਂ ਮਹਿਫੂਜ਼ ਸਮਝਣ ਲੱਗ ਪਿਆ। ਹਾਲਾਂਕਿ ਇਹ ਗਲਤ ਸੀ। ਝੁੱਗੀ ਵਿੱਚ ਬੈਠਾ ਬੰਦਾ ਸਾਫ਼ ਨਜ਼ਰ ਆਉਂਦਾ ਸੀ। ਆਦਮੀ ਦੇ ਨਹਾਉਣ ਲਈ ਹੀ ਝੁੱਗੀ ਬਣੀ ਹੋਈ ਸੀ, ਬਹੁਤੀ ਡੂੰਘੀ ਨਹੀਂ ਸੀ। ਪਰ ਜਿਉਣਾ ਝੁੱਗੀ ਵਿੱਚ ਵੀ ਥਲ-ਪਥਲ ਹੋਣ ਲੱਗਾ। ਇਹ ਵੀ ਠੀਕ ਨਹੀਂ ਸੀ। ਇੱਥੇ ਵੀ ਉਹ ਲੁਕਿਆ ਹੋਇਆ ਜਾਂ ਮਹਿਫੂਜ਼ ਨਹੀਂ ਸੀ। ਸਭ ਨੂੰ ਨਜ਼ਰ ਆਉਂਦਾ ਸੀ।
ਖੂਹ ਦੇ ਬਿਰਛ ਬੂਟੇ ਉਸਨੂੰ ਰਹਿ ਰਹਿ ਕੇ ਘੂਰ ਰਹੇ ਸਨ ਤੇ ਉਸਨੂੰ ਘਿਰਣਾ ਕਰਦੇ ਸਨ। ਖੂਹ ਵੀ ਭਾਵੇਂ ਚੁੱਪ ਸੀ, ਪਰ ਸਾਰੀ ਗੱਲ ਤੋਂ ਵਾਕਿਫ ਸੀ। ਟਿੰਡਾਂ ਵੀ ਤੇ ਪਾਰਛਾਂ ਵੀ ਸਾਰੀ ਗੱਲ ਤੋਂ ਜਾਣੂ ਸਨ। ਚੁੱਪ ਚਪੀਤੀ ਟਿਕੀ ਰਾਤ ਵੀ ਸਾਰੀ ਗੱਲ ਦੀ ਭੇਤਣ ਸੀ। ਅੰਬਰ ਉਤੇ ਤਾਰੇ ਵੀ ਜੋ ਟਸ ਟਸ ਕਰ ਰਹੇ ਸਨ, ਸਾਰਾ ਕੁਝ ਹੀ ਜਾਣਦੇ ਤੇ ਸਗੋਂ ਮੁਸਕਰਾਉਂਦੇ ਸਨ। ਚੰਨ ਨੂੰ ਸਾਰਾ ਪਤਾ ਸੀ। ਆਖਰ ਜਿਉਣਾ ਝੁੱਗੀ ਵਿੱਚ ਵੀ ਸ਼ਾਂਤ ਹੋ ਕੇ ਬਹਿ ਨਾ ਸਕਿਆ। ਝੱਟ ਹੀ ਬਾਹਰ ਆ ਗਿਆ। ਹੁਣ ਜਿਉਣਾ ਕਿੱਥੇ ਜਾਵੇ, ਉਸਨੂੰ ਪਤਾ ਨਹੀਂ ਸੀ। ਜਿੰਨਾ ਚਿਰ ਰਾਤ ਸੀ, ਜਿਉਣਾ ਸਮਝ ਰਿਹਾ ਸੀ ਹਰ ਕੋਈ ਉਸਨੂੰ ਦੇਖਦਾ ਤੇ ਉਸਦਾ ਪਿੱਛਾ ਕਰਦਾ ਹੈ। ਜਦੋਂ ਸਵੇਰ ਹੋਈ ਤੇ ਪੱਬਾਂ ਭਾਰ ਉੱਚਾ ਹੋ ਕੇ ਸੂਰਜ ਉਸ ਵੱਲ ਦੇਖਣ ਲੱਗਾ, ਜਿਉਣਾ ਸੋਚਣ ਲੱਗਾ ਕਿ ਹੁਣ ਉਹ ਲੁਕਿਆ ਹੋਇਆ ਹੈ। ਦੁਨੀਆ ਵਿੱਚ ਕੋਈ ਵੀ ਹੁਣ ਉਸਨੂੰ ਨਹੀਂ ਦੇਖਦਾ। ਜਿਉਣਾ ਘਰ ਆਇਆ ਤੇ ਆ ਕੇ ਏਕਣ ਬਹਿ ਗਿਆ ਜਿਵੇਂ ਫਸਲ ਸਿੰਜ ਕੇ ਜਾਂ ਗੋਡੀ ਕਰਕੇ ਆਇਆ ਹੋਵੇ। ਹੁਣੇ ਉਹ ਬਿਲਕੁਲ ਠੀਕ ਸੀ। ਉਸਦੇ ਅੰਦਰ ਪੂਰੀ ਪੂਰੀ ਚੈਨ ਨਜ਼ਰ ਆ ਰਹੀ ਸੀ, ਪਰ ਇਹ ਚੈਨ ਅਸਲ ਵਿੱਚ ਬੇਚੈਨੀਆਂ ਦੀ ਸਿਖਰ ਸੀ। ਉਸਦੇ ਮਨ ਦੀਆਂ ਤਹਿਆਂ ਵਿੱਚ ਤੂਫਾਨ ਆਇਆ ਹੋਇਆ ਸੀ। ਸਿਰਫ ਸਤਹ ਚੁੱਪ ਸੀ। ਉਸਨੇ ਪੱਗ ਉਤਾਰੀ ਤੇ ਕੰਘਾ ਕਰਨਾ ਸ਼ੁਰੂ ਕੀਤਾ। ਫਿਰ ਪੱਗ ਉਤਾਰੀ ਤੇ ਫਿਰ ਕੇਸ ਵਾਹੁਣ ਲੱਗਾ। ਵਾਰ-ਵਾਰ ਜਿਉਣਾ ਪੱਗ ਉਤਾਰਦਾ ਤੇ ਕੇਸ ਵਾਹੁੰਦਾ। ਉਸਦੇ ਮਨ ਵਿੱਚ ਅੱਜ ਵੀ ਜਾਂ ਅਗਨੀ ਲੱਗੀ ਹੋਈ ਸੀ। ਲਾਟਾਂ ਭੜਕ ਰਹੀਆਂ ਸਨ। ਕਿੰਨੀ ਵਾਰ ਜਿਉਣੇ ਨੇ ਮੁੜ-ਮੁੜ ਆਪਣੇ ਕੇਸ ਵਾਹੇ, ਉਸਨੂੰ ਟੇਕ ਨਹੀਂ ਸੀ। ਪਾਰੇ ਵਾਂਗੂ ਉਸਦਾ ਮਨ ਅਸ਼ਾਂਤ ਜਾਂ ਵਿਆਕੁਲ ਸੀ। ਜਿਉਣਾ ਰੋਟੀ ਖਾਣ ਲੱਗਾ। ਪੈਰਾਂ ਭਾਰ ਬੈਠਾ ਉਹ ਏਕਣ ਰੋਟੀ ਖਾਂਦਾ ਸੀ ਜਿਵੇਂ ਹੁਣ ਉਹ ਇੱਥੇ ਨਹੀਂ, ਹੋਰ ਹੀ ਦੁਨੀਆ ਵਿੱਚ ਸੀ। ਬਟਰ ਟੱਕਦਾ ਉਹ ਆਪਣੀ ਮੂੰਹ ਵਿੱਚ ਅਲ-ਪਲਲ ਬੁਰਕੀਆਂ ਪਾ ਰਿਹਾ ਸੀ। ਉਸਦੀਆਂ ਅੱਖਾਂ ਆਂਡਿਆਂ ਵਾਂਗੂ ਗਲੀ ਵੱਲ ਲਿਸ਼ਕ ਰਹੀਆਂ ਸਨ। ਜਿਉਣੇ ਅੰਦਰ ਸੱਚ ਤੇ ਝੂਠ ਘੋਰ ਯੁੱਧ ਕਰ ਰਹੇ ਸਨ। ਸੱਚ ਉਸਨੂੰ ਆਪਣੇ ਵੱਲ ਤੇ ਝੂਠ ਆਪਣੇ ਵੱਲ ਖਿੱਚਦਾ। ਜਿਉਣਾ ਦੁਬਿਧਾ ਵਿੱਚ ਸੀ। ਸਗੋਂ ਉਸਨੇ ਸੱਚ ਤੋਂ ਆਪਣਾ ਮੂੰਹ ਪੁਆਇਆ ਹੋਇਆ ਸੀ। ਸੱਚ ਬੇਸ਼ੱਕ ਚੰਗਾ ਤੇ ਓੜਕ ਜਿੱਤਣ ਵਾਲਾ ਸੀ, ਪਰ ਉਸਨੂੰ ਝੂਠ ਚੰਗਾ ਤੇ ਲਾਹੇਵੰਦ ਦਿਸਦਾ ਸੀ। ਕਿੰਨੇ ਲੋਕੀ ਝੂਠ ਬੋਲ ਕੇ ਸਾਫ਼ ਬਰੀ ਹੋ ਜਾਂਦੇ ਹਨ। ਸੱਚੇ ਮਾਰੇ ਜਾਂਦੇ ਤੇ ਝੂਠੇ ਛੱਡੇ ਜਾਂਦੇ ਹਨ। ਉਸਨੂੰ ਸਾਫ਼ ਪਤਾ ਸੀ ਕਿ ਉਸਨੇ ਕਤਲ ਕੀਤਾ ਹੈ। ਉਸਦਾ ਦਿਲ ਕਹਿੰਦਾ ਸੀ ਕਿ ਉਸਨੇ ਕਤਲ ਕੀਤਾ ਹੈ, ਪਰ ਉਹ ਇਸ ਸੱਚਾਈ ਕੋਲੋਂ ਦੂਰ ਨੱਸਣਾ ਚਾਹੁੰਦਾ ਤੇ ਝੂਠਾ ਹੁੰਦਾ ਹੋਇਆ ਵੀ ਉਹ ਸੱਚਾ ਹੋਣਾ ਚਾਹੁੰਦਾ ਸੀ। ਉਸਨੂੰ ਝੂਠ ਚੰਗਾ ਤੇ ਸੱਚ ਬੁਰਾ ਲੱਗਦਾ ਸੀ। ਸੱਚ ਉਸ ਵੱਲ ਮੂੰਹ ਅੱਡ ਕੇ ਝੱਫੜ ਨੂੰ ਆ ਰਿਹਾ ਸੀ। ਝੂਠ ਸ਼ਰਨ ਦਿੰਦਾ ਸੀ। ਜਿਉਣਾ ਆਪਣੀ ਕਿਵੇਂ ਨਾ ਕਿਵੇਂ ਜਾਨ ਬਚਾਉਣੀ ਚਾਹੁੰਦਾ ਸੀ, ਪਰ ਦੁਖਾਂਤ ਇਹ ਸੀ ਕਿ ਜਿਉਣਾ ਚੰਗਾ ਬੰਦਾ ਸੀ। ਝੂਠ ਨਾਲ ਉਹ ਬਹੁਤਾ ਚਿਰ ਗੁਜ਼ਾਰਾ ਨਹੀਂ ਕਰ ਸਕਦਾ ਸੀ। ਸੂਲੀ ਉਤੇ ਟੰਗਿਆ ਵੀ ਉਹ ਇੰਨਾ ਦੁੱਖ ਮਹਿਸੂਸ ਨਾ ਕਰਦਾ ਜਿੰਨਾ ਉਸਨੂੰ ਹੁਣ ਸੀ। ਉਸਦਾ ਦਿਲ ਫੋੜੇ ਵਾਂਗੂ ਟਸ-ਟਸ ਕਰ ਰਿਹਾ ਸੀ। ਆਖਿਰ ਫੋੜਾ ਫੁੱਟਿਆ ਤੇ ਉਸਨੂੰ ਕੁਝ ਆਰਾਮ ਆਇਆ। ਟੀਸੀ ਉਤੇ ਪਹੁੰਚ ਕੇ ਜਦ ਪੀੜਾਂ ਸਿਖਰਾਂ ਛੂਹਣ ਲੱਗੀਆਂ, ਜਿਉਣੇ ਦਾ ਮੂੰਹ ਭੰਵਿਆ ਤੇ ਸੱਚ ਦੇ ਪਾਸੇ ਹੋ ਗਿਆ। ਜਿਉਣਾ ਬੁੜਬੁੜਾਉਣ ਲੱਗਿਆ, ਮੈਂ ਮਾਰਿਆ, ਮੁਕਰਦਾ ਨਹੀਂ, ਮੈਂ ਮਾਰਿਆ। ਵਾਰ-ਵਾਰ ਉਹ ਆਪ ਮੁਹਾਰਾ ਇਹੋ ਆਖਦਾ ਜਾਂਦਾ ਸੀ। ਉਸਦੇ ਦਿਲ ਨੂੰ ਹਲਕੀ ਠੰਡ ਮਹਿਸੂਸ ਹੋ ਰਹੀ ਸੀ। ਆਖਿਰ ਪੁਲਿਸ ਆਈ ਤੇ ਉਸਨੂੰ ਫੜ ਕੇ ਲੈ ਗਈ। ਹੱਥਕੜੀਆਂ ਵਿੱਚ ਵੱਜਾ ਜਦ ਪੁਲਿਸ ਅੱਗੇ ਤੁਰਦਾ ਜਿਉਣਾ ਥਾਣੇ ਵੱਲ ਜਾ ਰਿਹਾ ਸੀ, ਤਦ ਵੀ ਇਹ ਕਹਿ ਰਿਹਾ ਸੀ, ਮੈਂ ਮਾਰਿਆ, ਮੁਕਰਦਾ ਨਹੀਂ, ਮੈਂ ਮਾਰਿਆ। ਉਸਦੀਆਂ ਅੱਖਾਂ ਹੌਲੀ ਚਮਕਦਾਰ ਹੋ ਰਹੀਆਂ ਸਨ। ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਹੁਣ ਇਸ ਕਹਾਣੀ ਨਾਲ ਸੰਬੰਧਿਤ ਕੁਝ ਗੱਲਾਂ ਯਾਦ ਕਰਦੇ ਹਾਂ। ਵਿਸਾਖ ਦੇ ਮਹੀਨੇ ਕਣਕ ਦੀ ਫਸਲ ਵੱਢੀ ਗਈ ਸੀ। ਕਮਾਨ ਸਿੰਜਣ ਲਈ ਜਿਉਣਾ ਹਿੰਸਾ ਵਾਲੇ ਖੂਹ ਉੱਤੇ ਗਿਆ। ਜਿਉਣੇ ਦੇ ਛੋਟੇ ਭਰਾ ਦਾ ਨਾਂ ਬਚਨ ਸਿੰਘ ਸੀ। ਖੂਹ ਨਿਆਈ ਵਿੱਚ ਸੀ। ਸੱਦਾ ਸਿੰਘ ਘਰ ਦੇ ਵਿਹੜੇ ਵਿੱਚ ਡੰਗਰਾਂ ਦੇ ਲਾਗੇ ਲੰਮਾ ਪਿਆ ਹੋਇਆ ਸੀ। ਸੱਦਾ ਸਿੰਘ ਦੇ ਕੰਨ ਖੂਹ ਵੱਲ ਲੱਗੇ ਹੋਏ ਸਨ।
ਮੰਜੇ ਉੱਤੋਂ ਉੱਠ ਕੇ ਖੂਹ ਵੱਲ ਸੱਦਾ ਸਿੰਘ ਤੁਰ ਪਿਆ। ਦੇਖਣ 'ਚ ਸੱਦਾ ਸਿੰਘ ਸ਼ਰੀਫ ਨਜ਼ਰ ਆਉਂਦਾ ਸੀ। ਪਿੰਡ ਦੇ ਲੋਕ ਸੱਦਾ ਸਿੰਘ ਨੂੰ ਭਾਈ ਜੀ ਕਹਿ ਕੇ ਬੁਲਾਉਂਦੇ ਸਨ। ਸੱਦਾ ਸਿੰਘ ਕਿਸੇ ਜ਼ਮਾਨੇ ਵਿੱਚ ਪਹਿਲਵਾਨੀ ਕਰਦਾ ਹੁੰਦਾ ਸੀ। ਸੱਦਾ ਸਿੰਘ ਨੂੰ ਆਪਣੀ ਦੇਹ ਅਤੇ ਤਾਕਤ ਦਾ ਬੜਾ ਮਾਣ ਸੀ। ਸੱਦਾ ਸਿੰਘ ਨੇ ਕਈ ਵਾਰੀ ਜਿਉਣੇ ਹੋਰਾਂ ਦੇ ਖੂਹ ਅਤੇ ਬਲਦ ਛੁਡਵਾਏ ਸਨ। ਜਿਉਣੇ ਨੇ ਸੱਦਾ ਸਿੰਘ ਦੇ ਸਿਰ ਵਿੱਚ ਕਹੀ ਮਾਰੀ। ਸੱਦਾ ਸਿੰਘ ਮਰ ਕੇ ਧਰਤੀ ਉੱਤੇ ਡਿੱਗ ਪਿਆ ਸੀ। ਜਿਉਣਾ ਸਿੱਧਾ ਸਾਦਾ ਅਤੇ ਸਧਾਰਨ ਜੱਟ ਸੀ। ਜਿਉਣੇ ਨੂੰ ਝਗੜੇ ਅਤੇ ਲੜਾਈ ਫਸਾਦ ਬੁਰੇ ਲੱਗਦੇ ਸਨ। ਝੁੱਗੀ ਕਾਫੀ ਡੂੰਘੀ ਸੀ। ਝੁੱਗੀ ਵਿੱਚ ਬੈਠਾ ਹੋਇਆ ਬੰਦਾ ਸਾਫ਼ ਨਜ਼ਰ ਆਉਂਦਾ ਸੀ। ਜਿਉਣੇ ਅੰਦਰ ਸੱਚ ਅਤੇ ਝੂਠ ਘੋਲ ਕਰ ਰਹੇ ਸਨ। ਜਿਉਣਾ ਦੁਬਿਧਾ ਵਿੱਚ ਸੀ। ਪੁਲਿਸ ਜਿਉਣੇ ਨੂੰ ਫੜ ਕੇ ਲੈ ਗਈ।